Good morning. In today's lecture, we are going to discuss a very important theorem or law, that is Gauss's theorem. बेटा ਇਹ ਇੱਕ फंडामेंटल लॉ है इलेक्ट्रोमैग्नेटिज्म ਦਾ। Now what it states that the total electric flux, बेटा ਇਹ ਟੌਪਿਕ ਅਸੀਂ ਲਾਸਟ ਡਿਸਕਸ ਕੀਤਾ ਕਿ ਟੋਟਲ ਇਲੈਕਟ੍ਰਿਕ ਫਲਕਸ ਬੇਟਾ ਅਸੀਂ ਦਿੰਦੇ ਆ ਡਾਟ ਪ੍ਰੋਡਕਟ ਆਫ ਇਲੈਕਟ੍ਰਿਕ ਫੀਲਡ ਐਂਡ ਏਰੀਆ ਵੈਕਟਰ। ਇਹ ਪਿੱਛੇ ਬੇਟਾ ਅਸੀਂ ਜਿਹੜਾ ਲੈਕਚਰ ਡਿਸਕਸ ਕੀਤਾ ਉਹ ਚ ਅਸੀਂ ਡਿਟੇਲ ਪੜ੍ਹੀ ਸੀ, ਇਹਦੇ ਯੂਨਿਟ ਸਾਰਾ ਕੁਝ ਪੜ੍ਹਿਆ। ਇਲੈਕਟ੍ਰਿਕ ਫਲਕਸ ਇਜ਼ ਗਿਵਨ ਬਾय ਡਾਟ ਪ੍ਰੋਡਕਟ ਆਫ ਇਲੈਕਟ੍ਰਿਕ ਫੀਲਡ ਐਂਡ ਏਰੀਆ ਵੈਕਟਰ ਐਂਡ ਹੇਅਰ ਇਜ਼ ਦਾ ਟੋਟਲ। ਤੇ ਟੋਟਲ ਬੇਟਾ ਜਿੰਨਾ ਹੋਏਗਾ ਸਰਫੇਸ ਦਾ total electric flux through a closed surface। ਬੇਟਾ ਸਰਫੇਸ ਜਿਹੜਾ ਬੰਦ ਹੈ ਇਹਦਾ ਮਤਲਬ ਬੇਟਾ ਇੱਥੇ ਅਸੀਂ ਇੱਕ ਸਰਕਲ ਨਾਲ ਸ਼ੋ ਕਰਾਂਗੇ, ਇਹਨੂੰ ਅਸੀਂ ਪੜਾਂਗੇ ਟੋਟਲ ਇੰਟੈਗ੍ਰੇਸ਼ਨ ਦਾ ਮਤਲਬ ਬੇਟਾ ਟੋਟਲ ਇਲੈਕਟ੍ਰਿਕ ਫਲਕਸ ਥਰੂ ਏ ਕਲੋਜ਼ਡ ਸਰਫੇਸ। ਉਹ ਕਿਹੜਾ ਸਰਫੇਸ ਹੈ ਜਿਨੇ ਆਪਣੇ ਅੰਦਰ ਚਾਰਜ ਨੂੰ ਅੰਦਰ ਬੰਦ ਕੀਤਾ ਹੈ, is equal to a total electric flux बेटा किहदे इक्वल होएगा 1 over epsilon naught टाइम्स मैंने बेटा मल्टीप्लाई 1 over epsilon naught times the net charge enclosed within the surface। ਜਿਹੜਾ ਵੀ ਬੇਟਾ ਅੰਦਰ ਟੋਟਲ ਚਾਰਜ ਹੈ ਇਹਨੂੰ ਬਾਅਦ ਅਸੀਂ ਜਦੋਂ ਪ੍ਰੂਵ ਕਰਾਂਗੇ ਉਹਦੇ ਵਿੱਚ ਅਸੀਂ ਬੇਟਾ ਇਹਨੂੰ ਡਿਟੇਲ ਨਾਲ ਡਿਸਕਸ ਕਰਾਂਗੇ। ਜਿੰਨਾ ਵੀ ਬੇਟਾ ਅੰਦਰ ਨੈਟ ਚਾਰਜ ਹੈ ਅਸੀਂ ਲਿਖ ਦਿੰਦੇ ਆ IQIN ਇਨਸਾਈਡ। ਹਾਂਜੀ ਬੇਟਾ ਕਲੀਅਰ। ਬੇਟਾ ਥਿਊਰਮ ਨੂੰ ਅਸੀਂ ਇਹ ਸਾਰੀ ਸਟੇਟਮੈਂਟ ਨੂੰ ਬੇਟਾ ਇੱਥੋਂ ਪੜ੍ਹਦੇ ਆ। ਟੋਟਲ ਇਲੈਕਟ੍ਰਿਕ ਫਲਕਸ ਥਰੂ ਅ ਕਲੋਜ਼ਡ ਸਰਫੇਸ enclosing the net charge is equal to 1 over epsilon naught times and multiply the net charge enclosed within the surface। ਬੇਟਾ ਇਸ ਥਿਊਰਮ ਦੇ ਨਾਲ ਅਸੀਂ ਜਿਹੜਾ ਹੈ ਇਲੈਕਟ੍ਰਿਕ ਫਲਕਸ ਜਿਹੜਾ ਹੈ ਬੜੇ ਸਿੰਪਲ ਵੇ ਦੇ ਨਾਲ ਅਸੀਂ ਨਿਕਾਲ ਸਕਦੇ ਹਾਂ, ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਕਲੋਜ਼ਡ ਸਰਫੇਸ ਹੈ ਜਿਨੇ ਆਪਣੇ ਅੰਦਰ ਚਾਰਜ ਬੰਦ ਕੀਤਾ ਉਹ ਚਾਰਜ ਕਿੰਨਾ ਹੈ। ਬੇਟਾ ਜਿਹੜਾ ਕਲੋਜ਼ਡ ਸਰਫੇਸ ਹੈ ਜਿਨੇ ਆਪਣੇ ਅੰਦਰ ਚਾਰਜ ਨੂੰ ਬੰਦ ਕੀਤਾ ਉਹਨੂੰ ਅਸੀਂ ਗੌਸ਼ੀਅਨ ਸਰਫੇਸ ਬੋਲਦੇ ਹਾਂ। ਉਹ ਕਲੋਜ਼ਡ ਸਰਫੇਸ ਜਿਨੇ ਆਪਣੇ ਅੰਦਰ ਚਾਰਜ ਨੂੰ ਇਨਕਲੋਜ਼ ਕੀਤਾ ਹੈ ਡੈਟ ਇਜ਼ ਕਾਲਡ ਗੌਸ਼ੀਅਨ ਸਰਫੇਸ। ਆਓ ਬੇਟਾ ਇਸ ਥਿਊਰਮ ਦਾ ਜਿਹੜਾ ਅਸੀਂ ਪ੍ਰੂਫ ਜਿਹੜਾ ਹੈ ਉਹ ਅਸੀਂ ਡਿਸਕਸ ਕਰਦੇ ਹਾਂ। ਮੰਨ ਲਓ ਬੇਟਾ ਤੁਹਾਡੇ ਕੋਲ ਇੱਕ ਕਲੋਜ਼ਡ ਸਰਫੇਸ ਹੈ ਜਿਹਨੂੰ ਅਸੀਂ ਬੇਟਾ ਆਪਣੀ ਸਿੰਪਲਿਸਿਟੀ ਲਈ ਅਸੀਂ ਇਹਨੂੰ ਸਫੈਰੀਕਲ ਜਿਹੜੀ ਹੈ ਉਹ ਸ਼ੇਪ ਲੈ ਲਈਏ। ਕਲੋਜ਼ਡ ਸਰਫੇਸ ਹੈ ਸਫੀਅਰ, ਇਹਦੇ ਅੰਦਰ ਬੇਟਾ ਚਾਰਜ ਜਿਹੜਾ ਇਨਕਲੋਜ਼ ਕੀਤਾ ਹੈ ਉਹ Q ਹੈ and it is placed at the center of the sphere। ਹਾਂਜੀ ਬੇਟਾ ਕਲੀਅਰ। ਇੱਕ ਅਸੀਂ ਕਲੋਜ਼ ਸਰਫੇਸ ਲੈ ਲਿਆ। ਕਲੋਜ਼ ਸਰਫੇਸ ਕਿਸ ਤਰ੍ਹਾਂ ਦਾ ਹੈ, ਇੱਕ ਸਫੀਅਰ ਹੈ ਤੇ ਜੇ ਇਹਦੇ ਅੰਦਰ ਜਿਹੜਾ ਹੈ ਸੈਂਟਰ ਦੇ ਉੱਪਰ ਬੇਟਾ ਇੱਕ ਅਸੀਂ ਚਾਰਜ ਰੱਖ ਦਿੱਤਾ ਹੈ, ਕੋਈ ਪੋਜ਼ਿਟਿਵ ਚਾਰਜ ਹੈ Q ਉਹ ਪਿਆ ਹੈ। ਇਸ ਸਫੀਅਰ ਦਾ ਜਿਹੜਾ ਰੇਡੀਅਸ ਹੈ ਉਹ ਬੇਟਾ R ਹੈ। ਨਾਓ ਬੇਟਾ ਚਾਰਜ ਪੋਜ਼ਿਟਿਵ ਹੈ, ਇੱਥੋਂ ਬੇਟਾ ਇਲੈਕਟ੍ਰਿਕ ਫੀਲਡ ਲਾਈਨਸ ਜਿਹੜੀਆਂ ਨੇ ਹਰ ਇੱਕ ਡਾਇਰੈਕਸ਼ਨ 'ਚ ਬੇਟਾ ਨਿਕਲ ਕੇ ਜਾਣਗੀਆਂ। ਹਰ ਇੱਕ ਡਾਇਰੈਕਸ਼ਨ 'ਚ ਬੇਟਾ ਇਲੈਕਟ੍ਰਿਕ ਫੀਲਡ ਲਾਈਨਸ ਜਿਹੜੀਆਂ ਨੇ ਉਹ ਪਾਸ ਹੋਣਗੀਆਂ। ਇਟ ਵਿਲ ਬੀ ਰੇਡੀਅਲੀ ਆਊਟਵਰਡ, ਬੇਟਾ ਇੱਧਰ ਵੀ ਜਾਣਗੀਆਂ, ਸਾਰੇ ਪਾਸੇ ਇਹਨੇ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਪਾਸ ਕਰਵਾਉਣਾ ਹੈ। ਮੰਨ ਲਓ ਇੱਕ ਇਲੈਕਟ੍ਰਿਕ ਫੀਲਡ ਲਾਈਨਸ ਜਿਹੜੀ ਬੇਟਾ ਇੱਧਰ ਨੂੰ ਸ਼ੋ ਕਰਨ ਲੱਗੇ ਆ ਜਿੱਧਰ ਬੇਟਾ ਹੀ ਰੇਡੀਅਸ ਬਣਾਇਆ। ਬੇਟਾ ਇਹ ਤੇ ਟੋਟਲ ਸਫੀਅਰ ਹੈ। ਅਸੀਂ ਬੇਟਾ ਪਿਛਲੇ ਲੈਕਚਰ ਡਿਸਕਸ ਕੀਤਾ ਹੈ ਕਿ ਜਦੋਂ ਵੀ ਸਾਡੇ ਕੋਲ ਸਫੈਰੀਕਲ
ਜਿਹੜੀ ਹੈ ਕੋਈ ਵੀ ਸਰਫੇਸ ਹੋਵੇ ਉਹਦੇ ਉੱਪਰ ਬੇਟਾ ਅਸੀਂ ਜਦੋਂ ਵੀ ਏਰੀਆ ਵੈਕਟਰ ਡਰਾ ਕਰਨਾ ਹੈ ਤੇ ਏਰੀਆ ਵੈਕਟਰ ਜਿਹੜਾ ਹੈ ਆਪਣੀ ਹਰ ਜਗ੍ਹਾ ਤੇ ਬੇਟਾ ਡਾਇਰੈਕਸ਼ਨ ਜਿਹੜਾ ਹੈ ਉਹ ਚੇਂਜ ਕਰਦਾ ਹੈ। ਜੇ ਤੇ ਬਿਲਕੁਲ ਸਫੈਰੀਕਲ ਹੈ ਤੇ ਏਰੀਆ ਵੈਕਟਰ ਜਿਹੜਾ ਬੇਟਾ ਰੇਡੀਅਲੀ ਆਊਟਵਰਡ ਹੋਏਗਾ। ਨਾਓ ਅਸੀਂ ਕੀ ਕਰਦੇ ਬੇਟਾ, ਇੱਕ ਇੱਥੇ ਸਮੌਲ ਸਰਫੇਸ ਏਰੀਆ ਲੈਂਦੇ ਹਾਂ। ਪਹਿਲਾਂ ਅਸੀਂ ਸਮੌਲ ਸਰਫੇਸ ਦਾ ਫਲਕਸ ਨਿਕਾਲਾਂਗੇ, ਜਿਸ ਤਰ੍ਹਾਂ ਬੇਟਾ ਇਸ ਪਿੱਛੇ ਟੌਪਿਕ ਡਿਸਕਸ ਕੀਤਾ। ਅਸੀਂ ਇੱਕ ਸਮੌਲ ਏਰੀਆ ਲੈ ਬੇਟਾ ਇਹਦਾ, ਉਹ ਹੈ ds। ਇਹਦੇ ਉੱਪਰ ਬੇਟਾ ਏਰੀਆ ਵੈਕਟਰ ਡਰਾ ਕਰਨ ਦਾ ਤਰੀਕਾ ਕੀ ਹੈ, ਇਹਦੇ ਉੱਪਰ ਅਸੀਂ ਇੱਕ ਨਾਰਮਲ ਡਰਾ ਕਰਦੇ ਹਾਂ ਤੇ ਨਾਰਮਲ ਜਿਹੜਾ ਹੈ ਬਿਲਕੁਲ ਰੇਡੀਅਲੀ ਆਊਟਵਰਡ ਹੋਏਗਾ ਐਂਡ ਦੈਟ ਰਿਪਰਜੈਂਟਸ ਦਾ ਏਰੀਆ ਵੈਕਟਰ। this is the area vector. Now electric field is radially outward in all the direction. ਇਹਦਾ ਮਤਲਬ ਜੇ ਸਾਰੇ ਪਾਸੇ ਇਲੈਕਟ੍ਰਿਕ ਫੀਲਡ ਹੈ ਤੇ ਇਹਦਾ ਮਤਲਬ ਬੇਟਾ ਇੱਕ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਹੈ ਇਧਰ ਨੂੰ ਵੀ ਜ਼ਰੂਰ ਆਏਗੀ ਤੇ ਇਲੈਕਟ੍ਰਿਕ ਫੀਲਡ ਤੇ ਏਰੀਆ ਵੈਕਟਰ ਬੇਟਾ ਆਪਸ ਵਿੱਚ ਜਿਹੜੇ ਨੇ ਉਹ ਪੈਰਲਲ ਹੋ ਜਾਣਗੇ। ਤੇ ਬੇਟਾ ਜੇ ਦੋਨੋਂ ਪੈਰਲਲ ਨੇ ਤੇ ਬੇਟਾ ਇਹਨਾਂ ਦੇ ਵਿੱਚ ਜਿਹੜਾ ਐਂਗਲ ਹੋਏਗਾ ਉਹ 0 ਹੋਏਗਾ। Now proof. Suppose a charge Q is enclosed in a closed surface which is spherical in shape and the charge is located at the center of the sphere। ਬੇਟਾ ਚਾਰਜ ਉਹਦੇ ਸਫੀਅਰ ਦੇ ਸੈਂਟਰ 'ਚ ਹੈ। ਹਾਂਜੀ ਬੇਟਾ ਇੰਨਾ ਕਲੀਅਰ। ਜਿਹੜਾ ਸਫੀਅਰ ਹੈ ਇਹਨੂੰ ਅਸੀਂ ਬੇਟਾ ਬੋਲਾਂਗੇ ਗੌਸ਼ੀਅਨ ਸਰਫੇਸ। ਜਿੰਨੇ ਆਪਣੇ ਅੰਦਰ ਬੇਟਾ ਚਾਰਜ ਇਨਕਲੋਜ਼ਡ ਕੀਤਾ ਹੁੰਦਾ ਹੈ ਉਸ ਸਰਫੇਸ ਦਾ ਜਿਹੜਾ ਨਾਮ ਹੁੰਦਾ ਹੈ ਉਹਨੂੰ ਅਸੀਂ ਗੌਸ਼ੀਅਨ ਸਰਫੇਸ ਬੋਲਦੇ ਹਾਂ। ਅੱਗੇ ਜਾ ਕੇ ਬੇਟਾ ਜਦੋਂ ਅਸੀਂ ਇਹਦੀ ਐਪਲੀਕੇਸ਼ਨ ਸਟੱਡੀ ਕਰਾਂਗੇ ਤੁਸੀਂ ਦੇਖੋਗੇ ਗੌਸ਼ੀਅਨ ਸਰਫੇਸ ਜ਼ਰੂਰੀ ਨਹੀਂ ਹੈ ਕਿ ਹਮੇਸ਼ਾ ਸਫੈਰੀਕਲ ਹੋਵੇ। ਇਟ ਮੇ ਬੀ ਸਿਲੰਡਰੀਕਲ ਇਨ ਸ਼ੇਪ or depend upon the problem given. Now theorem ਦੇ ਅਕੋਰਡਿੰਗ ਬੇਟਾ ਅਸੀਂ ਨਿਕਾਲਣਾ ਹੈ total electric flux through a closed surface is equal to। ਬੇਟਾ ਅਸੀਂ ਡਿਸਕਸ ਕੀਤਾ ਹੁਣੇ ਇਲੈਕਟ੍ਰਿਕ ਫੀਲਡ ਰੇਡੀਅਲੀ ਆਊਟਵਰਡ। ਬੇਟਾ ਜੇ ਇੱਥੇ ਮੈਂ ਇੱਕ ਸਮਾਲ ਏਰੀਆ ਬਣਾ ਦਿੰਦਾ, ਮੰਨ ਲਓ ਇੱਥੇ ਲੈਂਦਾ ਸਮਾਲ ਏਰੀਆ, ਦੈਨ ਇਲੈਕਟ੍ਰਿਕ ਫੀਲਡ ਬੇਟਾ ਇੱਧਰ ਨੂੰ ਆਏਗਾ ਤੇ ਏਰੀਆ ਐਲੀਮੈਂਟ ਵੀ ਇੱਧਰ ਆਏਗਾ। ਤੁਸੀਂ ਜਿੱਥੇ ਮਰਜ਼ੀ ਬੇਟਾ ਅਸੀਂ ਡਾਇਗਰਾਮ ਦੇ ਵਿੱਚ ਸਮਾਲ ਏਰੀਆ ਤੁਸੀਂ ਲੈ ਸਕਦੇ ਜੇ, ਇੱਥੇ ਲੈ ਲਓ ਇੱਧਰ ਲੈ ਲਓ ਸਮਾਲ ਏਰੀਆ, ਹਮੇਸ਼ਾ ਦੇਖੋਗੇ ਇਲੈਕਟ੍ਰਿਕ ਫੀਲਡ ਤੇ ਏਰੀਆ ਵੈਕਟਰ ਹਮੇਸ਼ਾ ਬੇਟਾ ਆਪਸ 'ਚ ਪੈਰਲਲ ਹੀ ਆਉਣਗੇ ਕਿਉਂਕਿ ਇਲੈਕਟ੍ਰਿਕ ਫੀਲਡ ਹਮੇਸ਼ਾ ਬੇਟਾ ਰੇਡੀਅਲੀ ਆਊਟਵਰਡ ਹੈ ਤੇ ਏਰੀਆ ਵੈਕਟਰ ਵੀ ਜਿਹੜਾ ਹੈ ਸਫੈਰੀਕਲ ਸਰਫੇਸ ਉੱਪਰ ਬੇਟਾ ਰੇਡੀਅਲੀ ਆਊਟਵਰਡ ਹੁੰਦਾ ਹੈ। ਨਾਓ ਟੋਟਲ ਇਲੈਕਟ੍ਰਿਕ ਫਲਕਸ ਬੇਟਾ ਅਸੀਂ ਹੁਣ ਇਹਦੀ ਡਾਟ ਜਿਹੜੀ ਆ ਖੋਲ ਦਿੰਦੇ ਹਾਂ। ਸਾਡੇ ਕੋਲ ਆ ਜਾਏਗਾ E, ਇੱਧਰੋਂ ਆ ਜਾਏਗਾ ਬੇਟਾ ds and cos of theta is equal to integration closed E ds ਬੇਟਾ cos ਨਾਲ ਬੇਟਾ ਥੀਟਾ ਕਿੰਨਾ ਹੈ, ਦੋਨੋਂ ਆਪਸ 'ਚ ਪੈਰਲਲ ਹੋਣ ਕਰਕੇ ਸਾਡੇ ਕੋਲ ਆ ਜਾਏਗਾ ਬੇਟਾ 0। now is equal to integration E ds ਤੇ ਬੇਟਾ cos 0 ਸਾਡਾ ਹੈ 1। ਇੱਥੇ ਨਾਲ ਅਸੀਂ ਬੇਟਾ ਇਹਦਾ ਰੀਜ਼ਨ ਵੀ ਦੇਵਾਂਗੇ ਕਿ ਇਲੈਕਟ੍ਰਿਕ ਫੀਲਡ ਪੈਰਲਲ ਸੀਗਾ ਸਾਡਾ ਬੇਟਾ ਏਰੀਆ ਵੈਕਟਰ ਦੇ, ਦੇਅਰਫੋਰ ਥੀਟਾ ਜਿਹੜਾ ਸਾਡਾ ਕਿੰਨਾ ਹੈ ਉਹ 0 ਹੈ। is equal to integration closed what is E ਬੇਟਾ ਇਲੈਕਟ੍ਰਿਕ ਫੀਲਡ। ਇਸ ਚਾਰਜ ਨੇ ਇੱਥੇ ਬੇਟਾ ਸਰਫੇਸ ਉੱਪਰ ਕੋਈ ਪੁਆਇੰਟ ਹੈ P, ਇਸ ਚਾਰਜ ਨੇ ਸਰਫੇਸ ਉੱਪਰ ਕਿੰਨਾ ਇਲੈਕਟ੍ਰਿਕ ਫੀਲਡ ਪੈਦਾ ਕੀਤਾ, ਦਿਸ ਇਜ਼ ਦਾ E।
हाँ जी बेटा क्लियर। द E is the electric field produced by the charge which is placed as the center at a point P on the surface। बेटा इलेक्ट्रिक फील्ड की वैल्यू ਅਸੀਂ ਪੜ੍ਹੀ ਹੋਈ ਹੈ, ਫਾਰਮੂਲਾ ਪੜਿਆ ਕਿ E is equal to ਸਾਡੇ ਕੋਲ ਆ ਜਾਏਗਾ बेटा 1/4 ਪਾਈ ਐਪਸਾਈਲੋਨ ਨॉट Q डिवाइडेड बाय ਸਾਡੇ ਕੋਲ ਆਏਗਾ बेटा R स्क्वायर, ਨਾਲ ਆ ਜਾਏਗਾ बेटा DS। नाउ इट इज इक्वल टू बेटा कॉन्स्टेंट चीज जी है इंटैग्रेशन चो बाहर 1/4 पाई एप्सिलॉन नॉट बेटा बाहर चला गया। चार्ज जिन्ना भी है बेटा अंदर नैट वो बेटा उन्ना ही रहेगा। असी चार्ज नू भी बेटा बाहर कटता। बेटा व्हाट इज आर रेडियस सफीयर द रेडियस बेटा हर जगह ते सेम है, कॉन्स्टेंट होने करके बेटा आर स्केयर भी बाहर आ गया। अंदर साढ़े को बेटा सिर्फ रहेगा DS स्मॉल एरिया एलिमेंट। Now it is equal to 1/4 pi epsilon naught Q divided by R square। Now what is this? Small surface area, and this represent total closed surface area बेटा it is equal to S। DS ਦੀ integration ਅਸੀਂ ਕਰ ਦਿੱਤੀ S, और it is equal to 1/4 pi epsilon naught ਸਾਡੇ ਕੋਲ ਆ ਜਾਏਗਾ बेटा Q divided by R square ਮਲਟੀਪਲਾਈ ਬਾਈ ਟੋਟਲ ਸਰਫੇਸ ਏਰੀਆ बेटा ਸਫੀਅਰ ਦਾ ਸਾਡੇ ਕੋਲ ਹੁੰਦਾ ਹੈ 4 ਪਾਈ R ਸਕੁਅਰ। 4 ਪਾਈ R ਸਕੁਅਰ ਤੇ बेटा 4 ਪਾਈ R ਸਕੁਅਰ ਜਿਹੜਾ ਕੈਂਸਲ ਹੋ ਗਿਆ ਐਂਡ ਵੀ ਗੈਟ ਓਨਲੀ Q ਐਂਡ ਡਿਵਾਈਡਡ ਬਾਈ ਐਪਸਾਈਲੋਨ ਨॉट। ਇਹਦਾ ਮਤਲਬ बेटा ਟੋਟਲ ਇਲੈਕਟ੍ਰਿਕ ਫਲਕਸ ਥਰੂ ਅ ਕਲੋਜ਼ਡ ਸਰਫੇਸ, ਕਿਹੜਾ ਕਲੋਜ਼ ਸਰਫੇਸ ਜਿੰਨੇ ਆਪਣੇ ਅੰਦਰ ਚਾਰਜ ਬੰਦ ਕੀਤਾ ਹੈ ਉਹ ਕਿਹਦੇ ਇਕੁਅਲ ਹੈ बेटा 1/epsilon ਟਾਈਮਸ the total charge enclosed within the closed surface। Now we are going to discuss few important points about Gauss's theorem। बेटा ਅਸੀਂ ਹੁਣੇ ਪ੍ਰੂਵ ਕੀਤਾ ਕਿ Gauss's theorem ਜਿਹੜੀ ਹੈ ਕੀ ਸਟੇਟ ਕਰਦੀ ਹੈ ਕਿ total electric flux is equal to 1/epsilon times the Q net inside। ਜਿੰਨਾ ਵੀ ਚਾਰਜ बेटा ਅੰਦਰ ਬੰਦ ਹੈ ਉਹਦੇ ਉੱਪਰ ਜਿਹੜਾ ਹੈ ਫਲਕਸ ਸਾਡਾ ਡਿਪੈਂਡ ਕਰਦਾ ਹੈ। बेटा ਅਸੀਂ ਜਿਹੜਾ ਪਿੱਛੇ ਪ੍ਰੂਫ ਕੀਤਾ ਹੈ ਉਹਦੇ ਵਿੱਚ ਅਸੀਂ ਸਿਰਫ ਤੇ ਸਿਰਫ ਜਿਹੜਾ ਸਰਫੇਸ ਲੈ ਕੇ ਚੱਲੇ ਸੀ बेटा ਅਸੀਂ ਸਫੈਰਿਕਲ ਸਰਫੇਸ ਲਿਆ ਆਪਣੀ ਸਿੰਪਲਿਸਿਟੀ ਵਾਸਤੇ। ਪਰ ਅਸੀਂ ਜਦੋਂ ਸਫੈਰਿਕਲ ਸਰਫੇਸ ਲਿਆ ਅਸੀਂ ਦੇਖਿਆ बेटा ਜਿਹੜਾ ਦਾ ਆਨਸਰ ਆਇਆ ਟੋਟਲ ਇਲੈਕਟ੍ਰਿਕ ਫਲਕਸ ਦਾ ਉਹ बेटा ਰੇਡੀਅਸ ਦੇ ਉੱਪਰ ਡਿਪੈਂਡ ਨਹੀਂ ਕੀਤਾ। ਰੇਡੀਅਸ बेटा ਵਿੱਚੋਂ ਕੈਂਸਲ ਹੋ ਗਿਆ, ਆਰ ਸਕੁਅਰ ਦਿਖਿਆ ਤੁਸੀਂ ਪਿੱਛੇ बेटा ਕੈਂਸਲ ਹੋ ਚੁੱਕਾ ਹੈ, ਸਰਫੇਸ ਏਰੀਆ ਵੀ ਵਿੱਚੋਂ ਕੈਂਸਲ ਹੋ ਗਿਆ। ਇਹਦਾ ਮਤਲਬ ਆ ਹੋਇਆ बेटा ਗੌਸਿਸ ਥਿਊਰਮ ਜਿਹੜੀ ਹੈ ਇਟ ਇਜ਼ ਐਪਲੀਕੇਬਲ ਟੂ ਐਨੀ ਸ਼ੇਪ ਕਲੋਜ਼ਡ ਸਰਫੇਸ। बेटा ਜਿਹੜਾ ਮਰਜੀ ਸ਼ੇਪ ਦਾ ਕਲੋਜ਼ਡ ਸਰਫੇਸ ਹੋਵੇ, ਕੋਈ ਇਰਰੈਗੂਲਰ ਸ਼ੇਪ ਹੈ, ਕੋਈ ਸਿਲੰਡਰੀਕਲ ਹੈ, ਕੋਈ ਕਿਊਬਿਕਲ ਹੈ, ਕੋਈ ਸਫੈਰਿਕਲ ਹੈ, ਗੌਸਿਸ ਥਿਊਰਮ बेटा ਹਰ ਵਾਰੀ ਜਿਹੜੀ ਹੈ ਐਪਲੀਕੇਬਲ ਹੈ ਫॉर ਐਨੀ ਗੌਸੀਅਨ ਸਰਫੇਸ ਫॉर ਐਨੀ ਸ਼ੇਪ। बेटा ਤੇ ਰੇਡੀਅਸ ਜਿਹੜਾ ਹੈ ਨਹੀਂ ਆਇਆ। ਹੁਣ ਕੁਐਸਚਨ बेटा ਉੱਠਦਾ ਹੈ ਕਿ ਮੰਨ ਲਓ ਆ ਚਾਰਜ ਹੈ, ਇਹਨੂੰ ਅਸੀਂ ਇਸ ਦੇ ਅੰਦਰ बेटा ਸਰਫੇਸ ਅੰਦਰ ਬੰਦ ਕਰ ਦਿੱਤਾ Q ਨੂੰ, ਤੇ ਜਾਂ ਇਸੇ ਚਾਰਜ ਨੂੰ बेटा ਅਸੀਂ ਕਿਸੇ ਕਿਊਬਿਕਲ ਸਰਫੇਸ ਵਿੱਚ ਅਸੀਂ ਇਹਨੂੰ बेटा ਬੰਦ ਇਨਕਲੋਜ਼ ਕਰ ਦਿੰਦੇ ਹਾਂ, ਕਿਸੇ ਕਿਊਬ ਦੇ ਵਿੱਚ ਇਨਕਲੋਜ਼ ਕਰਤਾ ਜਾਂ ਕਿਸੇ ਸਫੈਰਿਕਲ ਸਰਫੇਸ बेटा ਇਨਕਲੋਜ਼ ਕਰ ਦਿੱਤਾ ਹੈ। then what will be the flux? बेटा ਜਿਹੜਾ ਫਲਕਸ ਦਾ ਫਾਰਮੂਲਾ बेटा ਉਹ ਸੇਮ ਹੋਏਗਾ, answer will be the same। the total electric flux is equal to 1/epsilon naught times the total charge enclosed। because Gauss's theorem बेटा ਜਿਹੜੀ ਹੈ ਉਹ ਸ਼ੇਪ ਦੇ ਉੱਪਰ ਡਿਪੈਂਡ ਨਹੀਂ ਕਰਦੀ ਗੌਸੀਅਨ ਸਰਫੇਸ ਤੇ, ਨਾ ਉਹਦੇ ਸਰਫੇਸ ਏਰੀਆ ਤੇ बेटा ਡਿਪੈਂਡ ਕਰਦੀ ਹੈ। ਹਾਂਜੀ ਕਲੀਅਰ। ਇਸ ਤੋਂ ਬਾਅਦ ਕਈ ਵਾਰੀ बेटा ਪ੍ਰੋਬਲਮ ਇਸ ਤਰ੍ਹਾਂ ਪੁੱਛੀ ਜਾਂਦੀ ਹੈ ਕਿ ਇੱਕ ਤੁਹਾਡੇ ਕੋਲ ਚਾਰਜ ਸਫੀਅਰ ਵਿੱਚ बेटा ਅਸੀਂ ਬੰਦ ਕਰ ਦਿੱਤਾ, ਜਾਂ ਉਸ ਤੋਂ ਬਾਅਦ ਅਸੀਂ ਉਹੀਓ ਚਾਰਜ ਨੂੰ ਇੱਕ बेटा
ਵੱਡੇ ਸਫੀਅਰ ਦੇ ਵਿੱਚ ਜਿਹੜਾ ਜਿਹਦਾ ਸਰਫੇਸ ਏਰੀਆ ਬੇਟਾ ਜ਼ਿਆਦਾ ਹੈ ਉਹਦੇ 'ਚ ਬੰਦ ਕੀਤਾ ਹੈ। ਦੋਨਾਂ ਵਿੱਚੋਂ ਬੇਟਾ ਫਲਕਸ ਜਿਹੜਾ ਹੈ ਕਿਹਦਾ ਜ਼ਿਆਦਾ ਹੋਏਗਾ, ਇਹਨਾਂ ਦੋਨਾਂ ਫਿਗਰਸ ਵਿੱਚ ਫਲਕਸ ਕਿਹਦਾ ਜ਼ਿਆਦਾ ਹੋਏਗਾ ਬੇਟਾ? ਆਨਸਰ ਹੋਏਗਾ ਕਿ ਦੋਨਾਂ ਦਾ ਫਲਕਸ ਸੇਮ ਹੋਏਗਾ, ਕਿਉਂਕਿ ਜਿਹੜਾ ਸਾਡਾ ਇਲੈਕਟ੍ਰਿਕ ਫਲਕਸ ਹੈ ਉਹ ਡਿਪੈਂਡ ਕਰਦਾ ਬੇਟਾ ਅੰਦਰ ਚਾਰਜ ਤੁਸੀਂ ਕਿੰਨਾ ਇਨਕਲੋਜ਼ ਕੀਤਾ ਹੈ। ਉਹ ਆ ਨਹੀਂ ਡਿਪੈਂਡ ਕਰਦਾ ਕਿ ਉਹਦਾ ਸਰਫੇਸ ਏਰੀਆ ਕਿੰਨਾ ਹੈ। ਉਸ ਸਫੈਰੀਕਲ ਗੌਸ਼ੀਅਨ ਸਰਫੇਸ ਦਾ ਸਰਫੇਸ ਏਰੀਆ ਉਹਦੇ ਉੱਪਰ ਡਿਪੈਂਡ ਨਹੀਂ ਕਰਦਾ, ਉਹਦੇ ਰੇਡੀਅਸ ਤੇ ਡਿਪੈਂਡ ਨਹੀਂ ਕਰਦਾ, ਉਹਦੀ ਸ਼ੇਪ ਦੇ ਉੱਤੇ ਬੇਟਾ ਡਿਪੈਂਡ ਨਹੀਂ ਕਰਦਾ। ਇਹਨਾਂ ਚਾਰੋਂ ਫਿਗਰਸ ਵਿੱਚ ਅਸੀਂ ਸੇਮ ਚਾਰਜ ਬੇਟਾ ਇਨਕਲੋਜ਼ ਕੀਤਾ ਹੈ ਤੇ ਚਾਰਾਂ ਦਾ ਬੇਟਾ ਜਿਹੜਾ ਇਲੈਕਟ੍ਰਿਕ ਫਲਕਸ ਹੋਏਗਾ ਉਹ ਸੇਮ ਆਏਗਾ। ਹਾਂਜੀ ਬੇਟਾ ਕਲੀਅਰ। ਇਸ ਤੋਂ ਬਾਅਦ ਦੂਸਰਾ ਪੁਆਇੰਟ ਜਿਹੜਾ ਬੇਟਾ ਅਸੀਂ ਹਮੇਸ਼ਾ ਇਹਨੂੰ ਯਾਦ ਰੱਖਣਾ ਹੈ, ਟੋਟਲ ਇਲੈਕਟ੍ਰਿਕ ਫਲਕਸ ਬੇਟਾ ਸਿਰਫ ਤੇ ਸਿਰਫ ਡਿਪੈਂਡ ਕਰਦਾ ਹੈ ਕਿ ਜਿਹੜੇ ਚਾਰजेस ਅੰਦਰ ਇਨਕਲੋਜ਼ ਕੀਤੇ ਗਏ ਨੇ। ਜਿਹੜਾ ਗੌਸ਼ੀਅਨ ਸਰਫੇਸ ਹੈ ਜਿਹਨੇ ਆਪਣੇ ਅੰਦਰ ਚਾਰਜ ਬੰਦ ਕੀਤਾ ਹੈ, ਜਿਸ ਤਰ੍ਹਾਂ ਬੇਟਾ ਗੌਸ਼ੀਅਨ ਸਰਫੇਸ ਹੈ ਕਿਊਬਿਕਲ ਸ਼ੇਪ, ਇਹਨੇ ਆਪਣੇ ਅੰਦਰ ਬੇਟਾ ਚਾਰਜ ਬੰਦ ਕੀਤਾ ਹੈ। ਮੰਨ ਲਓ ਇਹਦੇ ਬਾਹਰ ਬੇਟਾ ਇੱਕ ਕੈਪੀਟਲ ਕਿਊ ਚਾਰਜ ਹੈ, ਇਸ ਗੌਸ਼ੀਅਨ ਸਰਫੇਸ ਦੇ ਬਾਹਰ ਇੱਕ ਬੇਟਾ ਕੈਪੀਟਲ ਕਿਊ ਚਾਰਜ ਹੈ, ਤੇ ਬੇਟਾ ਇਲੈਕਟ੍ਰਿਕ ਫਲਕਸ ਜਿਹੜਾ ਹੋਏਗਾ ਉਹ ਸਿਰਫ ਬੇਟਾ ਇਹਦੇ ਉੱਪਰ ਡਿਪੈਂਡ ਕਰੇਗਾ ਜਿਹੜਾ ਚਾਰਜ ਇਨਸਾਈਡ ਹੈ, ਆਊਟਸਾਈਡ ਚਾਰਜ ਦੇ ਉੱਪਰ ਜਿਹੜਾ ਇਲੈਕਟ੍ਰਿਕ ਫਲਕਸ ਜਿਹੜਾ ਹੈ ਉਹ ਡਿਪੈਂਡ ਨਹੀਂ ਕਰਦਾ। ਇਹਦਾ ਬੇਟਾ ਜਿਹੜਾ ਟੋਟਲ ਇਲੈਕਟ੍ਰਿਕ ਫਲਕਸ ਜਿਹੜਾ ਆਏਗਾ ਉਹ ਬੇਟਾ 0 ਹੋਏਗਾ। ਇਹਦੇ ਬਾਰੇ ਵਿੱਚ ਅਸੀਂ ਬਾਅਦ ਚੋਂ ਡਿਸਕਸ ਕਰਾਂਗੇ ਸੋਲਿਡ ਐਂਗਲ ਦੇ ਵਿੱਚ। ਹਾਂਜੀ ਬੇਟਾ ਕਲੀਅਰ। ਜਿਹੜੇ ਚਾਰजेस ਬਾਹਰ ਨੇ ਬੇਟਾ ਉਹਦਾ ਇਲੈਕਟ੍ਰਿਕ ਫਲਕਸ ਦੇ ਵਿੱਚ ਕੋਈ ਇਫੈਕਟ ਨਹੀਂ ਹੋਏਗਾ। ਫੋਰ ਐਗਜ਼ਾਮਪਲ ਮੰਨ ਲਓ ਬੇਟਾ ਸਾਡੇ ਕੋਲ ਕੋਈ ਸਰਫੇਸ ਹੈ ਇਰੈਗੂਲਰ ਸ਼ੇਪ, ਅਸੀਂ ਬੇਟਾ ਇੱਕ ਸਰਫੇਸ ਡਰਾ ਕਰ ਦਿੱਤਾ, ਇਰੈਗੂਲਰ ਸ਼ੇਪ ਕਲੋਜ਼ ਸਰਫੇਸ ਹੈ, ਇਹਦੇ ਅੰਦਰ ਬੇਟਾ ਚਾਰजेस ਨੇ Q1, ਸਿਮਿਲਰਲੀ ਦੂਸਰਾ ਚਾਰਜ ਹੈ Q2 ਐਂਡ Q3, ਦੋ ਚਾਰजेस ਬੇਟਾ ਸਾਡੇ ਕੋਲ ਬਾਹਰ ਪਏ ਨੇ Q4 ਤੇ ਬੇਟਾ ਆ Q5। ਤਾਂ ਟੋਟਲ ਇਲੈਕਟ੍ਰਿਕ ਫਲਕਸ ਜਿਹੜਾ ਹੋਏਗਾ ਬੇਟਾ ਉਹ ਕਿੰਨਾ ਆਏਗਾ ਇਸ ਕਲੋਜ਼ ਸਰਫੇਸ ਤੇ ਅਸੀਂ ਦੇਖਣਾ ਬੇਟਾ ਕਿ ਜਿਹੜੇ ਚਾਰजेस ਕਲੋਜ਼ ਸਰਫੇਸ ਦੇ ਅੰਦਰ ਆਏ ਨੇ ਬੇਟਾ ਉਹਨਾਂ ਕਰਕੇ ਹੀ ਫਲਕਸ ਆਏਗਾ। ਦੀ ਟੋਟਲ ਇਲੈਕਟ੍ਰਿਕ ਫਲਕਸ E ਵੈਕਟਰ ਡਾਟ D ਵੈਕਟਰ ਇਜ਼ ਇਕੁਅਲ ਟੂ ਟੋਟਲ ਬੇਟਾ ਨੈਟ ਚਾਰਜ ਕੱਢੋ, ਤੁਹਾਡੇ ਕੋਲ ਆ ਜਾਏਗਾ Q1 ਪਲੱਸ Q2 ਪਲੱਸ Q3 ਤੇ ਡਿਵਾਈਡਡ ਬਾਈ ਆਏਗਾ ਐਪਸਾਈਲਨ ਨੋਟ। ਬੇਟਾ ਅਸੀਂ ਉੱਪਰ ਵੀ ਡਿਸਕਸ ਕੀਤਾ ਹੈ ਕਿ ਜਿਹੜੀ ਗੌਸੀਅਸ ਥਿਊਰਮ ਦੇ ਵਿੱਚ Q ਕੀ ਚੀਜ਼ ਹੈ? ਟੋਟਲ ਨੈਟ ਚਾਰਜ ਇਨਸਾਈਡ ਦਾ ਕਲੋਜ਼ਡ ਸਰਫੇਸ। ਬੇਟਾ ਇਹਨਾਂ ਦੋਨਾਂ ਚਾਰजेस ਦੀ ਟੋਟਲ ਇਲੈਕਟ੍ਰਿਕ ਫਲਕਸ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਹੈ। ਇਹਨਾਂ ਦੋਨਾਂ ਚਾਰजेस ਵਾਸਤੇ ਬੇਟਾ ਇਸ ਕਲੋਜ਼ ਸਰਫੇਸ ਵਾਸਤੇ ਜਿਹੜਾ ਟੋਟਲ ਸੋਲਿਡ ਐਂਗਲ ਹੋਏਗਾ ਉਹ 0 ਹੋਏਗਾ। ਹਲੇ ਬੇਟਾ ਅਸੀਂ ਸੋਲਿਡ ਐਂਗਲ ਬਾਰੇ ਡਿਸਕਸ ਨਹੀਂ ਕੀਤਾ। ਹਾਂਜੀ ਬੇਟਾ ਕਲੀਅਰ। ਉਸ ਤੋਂ ਬਾਅਦ ਪੁਆਇੰਟ ਨੰਬਰ 3, ਗੌਸੀਅਸ ਥਿਊਰਮ ਦੇ ਵਿੱਚ ਬੇਟਾ ਜਿਹੜੀ ਆ ਇਲੈਕਟ੍ਰਿਕ ਫੀਲਡ ਹੈ ਇਟ ਇਜ਼ ਡਿਊ ਟੂ all charges inside and outside। ਬੇਟਾ ਆ ਇਲੈਕਟ੍ਰਿਕ ਫੀਲਡ ਸਾਰੇ ਚਾਰजेस ਦਾ ਹੈ, ਜਿਹੜੇ ਚਾਰजेस ਅੰਦਰ ਨੇ ਜਾਂ ਚਾਰजेस ਕਲੋਜ਼ ਸਰਫੇਸ ਦੇ ਬਾਹਰ ਨੇ। ਪਰ ਬੇਟਾ ਜਿਹੜਾ ਚਾਰजेस ਡਿਵਾਈਡਡ ਬਾਈ ਐਪਸਾਈਲਨ ਨੋਟ ਆਉਂਦਾ ਹੈ ਉਹ ਸਿਰਫ ਤੇ ਸਿਰਫ ਬੇਟਾ ਚਾਰजेस ਜਿਹੜੇ ਇਨਸਾਈਡ ਹੈ ਉਹ ਲੈਣੇ ਆ। ਹਾਂਜੀ ਫਿਰ ਦੇਖੋ ਇਹ ਇਲੈਕਟ੍ਰਿਕ ਫੀਲਡ ਇਜ਼ ਡਿਊ ਟੂ, ਇਹ ਇਲੈਕਟ੍ਰਿਕ ਫੀਲਡ ਬੇਟਾ ਦੋਨਾਂ ਕਰਕੇ ਹੈ, ਜਿਹੜੇ ਚਾਰजेस ਅੰਦਰ ਵੀ ਨੇ ਤੇ ਬਾਹਰ ਵੀ, ਇਹਨਾਂ ਸਾਰਿਆਂ ਦਾ ਬੇਟਾ ਰਿਜ਼ਲਟੈਂਟ, ਇਹ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਹੈ ਡਿਊ ਟੂ ਆਲ ਚਾਰजेस ਵਿਚ ਆਰ ਪ੍ਰੈਜ਼ੈਂਟ ਇਨਸਾਈਡ ਐਂਡ ਆਊਟਸਾਈਡ। ਹਾਂਜੀ ਬੇਟਾ ਕਲੀਅਰ। ਬਟ ਜਿਹੜੇ ਚਾਰजेस ਬੇਟਾ ਜਿਹੜੇ ਬਾਹਰ ਨੇ ਉਹਨਾਂ ਦਾ ਟੋਟਲ ਸੋਲਿਡ ਐਂਗਲ 0 ਹੋਣ ਕਰਕੇ ਇਹਨਾਂ ਦਾ ਜਿਹੜਾ ਫਲਕਸ ਬੇਟਾ ਵਿੱਚੋਂ 0 ਹੋ ਜਾਂਦਾ ਹੈ। ਹਾਂਜੀ ਬੇਟਾ ਕਲੀਅਰ। ਜਿਹੜੇ ਅੰਦਰ ਵਾਲੇ ਜਿਹੜੇ ਚਾਰजेस ਨੇ ਉਹਨਾਂ ਵਾਸਤੇ ਅਸੀਂ ਇਲੈਕਟ੍ਰਿਕ ਫੀਲਡ ਨੂੰ ਬੇਟਾ ਅਸੀਂ ਲਿਖ ਸਕਦੇ ਹਾਂ EI, we can write like this, it is a total electric flux, ਇੱਕ ਹੋ ਗਿਆ ਬੇਟਾ EI ਡਾਟ DS1 DS, ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਬੇਟਾ ਪਲੱਸ ਦੂਸਰਾ ਆ ਵੀ ਬੇਟਾ EI ਡਾਟ
ds इस चार्ज करके प्लस तीसरा बेटा ਅਸੀਂ लिख सकते हैं e ਜਾਂ 1 ਪਾ ਲਓ बेटा ਇੱਥੇ 1 ਪਹਿਲੇ ਵਾਸਤੇ 1 ਦੂਜੇ ਚਾਰਜ ਵਾਸਤੇ बेटा ਅਸੀਂ 2 ਕਹਿ ਦਿੰਦੇ ਆ ਇੱਥੇ 3 e ਵੈਕਟਰ ਡਾਟ ds बेटा ਇਹ ਟੋਟਲ ਇਲੈਕਟ੍ਰਿਕ ਫਲਕਸ बेटा ਇੰਨਾ ਚਾਰਜਿਸ ਦਾ ਹੋ ਗਿਆ ਨਾਓ ਪਲੱਸ बेटा ਆ ਚਾਰਜਿਸ ਜਿਹੜੇ ਬਾਹਰ ਪਏ ਨੇ ਇਹਨਾਂ ਦਾ ਆ ਜਾਏਗਾ बेटा e ਵੈਕਟਰ ਇੱਥੇ ਆ ਜਾਏਗਾ बेटा 4 ਡਾਟ ds ਵੈਕਟਰ ਉਸ ਤੋਂ ਬਾਅਦ ਪਲੱਸ ਸਾਡੇ ਕੋਲ ਆ ਜਾਏਗਾ e5 ਡਾਟ ds ਵੈਕਟਰ ਇਹ बेटा ਸਾਰਾ ਜਿਹੜਾ ਰਿਜ਼ਲਟ ਟੋਟਲ ਜਿਹੜਾ ਆਏਗਾ ਉਹ ਕਿਹਦੇ ਇਕੁਅਲ ਆਏਗਾ q1 ਓਵਰ ਐਪਸਾਈਲਨ ਨੋਟ प्लस q2 ओवर एप्सिलॉन नॉट प्लस q3 ओवर एप्सिलॉन नॉट प्लस 0 बेटा ਇਹ ਦੋਨੋਂ ਜਿਹੜੇ ਚਾਰजेस ਨੇ ਇਹ ਕਲੋਜ਼ ਸਰਫੇਸ ਤੋਂ ਬਾਹਰ ਹੋਣ ਕਰਕੇ बेटा ਇਹਨਾਂ ਦਾ ਫਲਕਸ ਜਿਹੜਾ ਨਹੀਂ ਆਏਗਾ ਤੇ ਇਹ बेटा ਟੋਟਲ ਇਹਨਾਂ ਦਾ ਫਲਕਸ ਵਿੱਚੋਂ 0 ਹੋ ਗਿਆ ਤੇ ਤੁਹਾਡੇ ਕੋਲ बेटा ਟੋਟਲ ਇਲੈਕਟ੍ਰਿਕ ਜਿਹੜਾ ਫਲਕਸ ਹੈ ਸਿੰਪਲੀ ਅਸੀਂ ਲਿਖ ਸਕਦੇ ਹਾਂ e ਵੈਕਟਰ ਡਾਟ ds will be equal to now q1 plus q2 plus q3 divided by ਸਾਡੇ ਕੋਲ ਆ ਜਾਏਗਾ बेटा एप्सिलॉन नॉट हाँ जी बेटा क्लियर एक चीज़ फिर नोट कर लो ਜਿਹੜਾ ਇਲੈਕਟ੍ਰਿਕ ਫੀਲਡ ਹੈ ਜਿਹੜੇ ਚਾਰजेस ਅੰਦਰ ਪ੍ਰੈਜ਼ੈਂਟ ਨੇ ਭਾਵੇਂ ਉਹ ਚਾਰजेस बेटा ਤੁਹਾਡੇ ਬਾਹਰ ਪ੍ਰੈਜ਼ੈਂਟ ਨੇ ਇਲੈਕਟ੍ਰਿਕ ਫੀਲਡ ਦੀ ਕੰਟਰੀਬਿਊਸ਼ਨ ਦੋਨਾਂ ਕਰਕੇ ਹੈ ਪਰ बेटा ਜਿਹੜਾ ਫਲਕਸ ਨਿਕਾਲਣ ਜਿਹੜਾ ਅਸੀਂ ਜਾ ਰਹੇ ਹਾਂ ਉਹਦੇ ਵਾਸਤੇ ਸਿਰਫ ਤੇ ਸਿਰਫ ਅਸੀਂ ਉਹ ਚਾਰਜ ਦੇਖਣਾ ਹੈ ਜਿਹੜਾ ਕਲੋਜ਼ ਸਰਫੇਸ ਦੇ ਵਿੱਚ ਅਸੀਂ ਇਨਕਲੋਜ਼ ਕੀਤਾ ਹੋਇਆ ਹੈ now fourth point if dipole is enclosed बेटा ਅਸੀਂ ਅੰਦਰ ਡਾਈਪੋਲ ਬੰਦ ਕਰ ਦਿੱਤਾ ਇਨਕਲੋਜ਼ਡ ਸਰਫੇਸ ਜੇਕਰ ਅਸੀਂ ਕਿਸੇ ਕਲੋਜ਼ਡ ਸਰਫੇਸ ਦੇ ਵਿੱਚ ਅਸੀਂ ਡਾਈਪੋਲ ਬੰਦ ਕਰ ਦਿੰਦੇ ਹਾਂ ਲਾਈਕ ਦਿਸ ਮੰਨ ਲਓ ਹੈ ਸਾਡੇ ਕੋਲ ਕੋਈ ਕਲੋਜ਼ ਸਰਫੇਸ ਹੈ ਆਫ ਐਨੀ ਸ਼ੇਪ ਇਹਦੇ ਅੰਦਰ बेटा ਅਸੀਂ ਇੱਕ ਡਾਈਪੋਲ ਜਿਹੜਾ ਹੈ ਬੰਦ ਕਰਤਾ ਡਾਈਪੋਲ बेटा ਕਾਹਦਾ ਬਣਦਾ ਹੈ -q ਤੇ बेटा +q ਹਾਂਜੀ बेटा ਕਲੀਅਰ बेटा ਜਿਹੜਾ ਡਾਈਪੋਲ ਹੈ ਉਹਦੇ ਉੱਪਰ बेटा ਨੈਟ ਚਾਰਜ ਤੇ 0 ਆਉਂਦਾ ਹੈ ਕਿਉਂਕਿ -q ਤੇ +q बेटा ਕੈਂਸਲ ਹੋ ਗਏ ਤੇ बेटा ਸਾਨੂੰ ਪੁੱਛੇ ਕਿ ਹੁਣ ਇਲੈਕਟ੍ਰਿਕ ਫਲਕਸ ਦਾ ਕੀ ਫਾਰਮੂਲਾ ਹੋਏਗਾ ਕਲੋਜ਼ ਸਰਫੇਸ ਵਿੱਚੋਂ बेटा ਸਾਡੇ ਕੋਲ ਹੁੰਦਾ ਉੱਤੇ ਨੈਟ ਚਾਰਜ ਤੇ बेटा ਨੈਟ ਚਾਰਜ 0 ਹੋਣ ਕਰਕੇ ਸਾਡੇ ਕੋਲ बेटा ਆ ਜਾਏਗਾ 0/ε naught it will be equal to 0 it means the total electric flux which contain dipole बेटा ਉਹ 0 because ਹਾਂਜੀ why 0 ਕਿਉਂਕਿ बेटा ਸਾਡਾ ਜਿਹੜਾ ਨੈਟ ਚਾਰਜ ਹੈ ਉਹ ਸਾਡਾ ਉਹਦੀ ਜਿਹੜੀ ਵੈਲਿਊ ਹੈ ਉਹਦੀ ਵੈਲਿਊ 0 ਹੈ ਹਾਂਜੀ बेटा clear बेटा you are seeing ਇੱਕ बेटा ਕਿਊਬ ਹੈ ਕਿਊਬ ਦੇ ਅੰਦਰ बेटा ਅਸੀਂ ਚਾਰਜ ਨੂੰ ਇਨਕਲੋਜ਼ ਕਰਤਾ ਇਹ बेटा ਸਾਈਡਾਂ ਨੇ ਕਿਊਬ ਦੀਆਂ ਤੇ ਕਿਊਬ ਦੇ बेटा 6 ਫੇਸਿਸ ਹੁੰਦੇ ਆ ਇਹ 6 ਫੇਸਿਸ ਨੇ ਆਪਣੇ ਅੰਦਰ बेटा ਜਿਹੜਾ ਚਾਰਜ ਇਨਕਲੋਜ਼ ਕੀਤਾ ਹੈ ਉਹ बेटा ਕਿਊ ਹੈ ਇਹਦਾ बेटा ਜਿਹੜਾ ਫਲਕਸ ਆਏਗਾ ਉਹ ਆਏਗਾ E ਵੈਕਟਰ ਡਾਟ ds vector is equal to q/ε naught ਜਿੰਨਾ ਚਾਰਜ बेटा ਅਸੀਂ ਅੰਦਰ ਇਨਕਲੋਜ਼ ਕਰਤਾ this is the total electric flux through the closed surface बेटा ਸਾਰੇ total ਇਹਦਾ ਮਤਲਬ बेटा ਇਹ total ਜਿਹੜਾ ਫਲਕਸ ਆਇਆ बेटा ਇਹ 6 ਫੇਸਿਸ ਦਾ ਆਇਆ ਇਹ 6 ਫੇਸਿਸ ਦਾ total electric flux ਹੈ ਕਿਉਂਕਿ ਇਲੈਕਟ੍ਰਿਕ ਫੀਲਡ बेटा ਇਹਦੇ ਵਿੱਚੋਂ ਵੀ ਲੰਘੇਗਾ ਉੱਪਰਲੇ ਫੇਸ ਚੋਂ ਸਾਰੇ ਪਾਸੋਂ ਇਲੈਕਟ੍ਰਿਕ ਫੀਲਡ ਲੰਘੇਗਾ ਇਹ ਟੋਟਲ ਇਲੈਕਟ੍ਰਿਕ ਫਲਕਸ 6 ਫੇਸਿਸ ਦਾ ਹੈ ਤੇ ਜੇ ਸਾਨੂੰ ਪੁੱਛਿਆ ਜਾਵੇ ਵੀ बेटा ਸਿਰਫ ਤੇ ਸਿਰਫ ਕੋਈ ਇੱਕ ਫੇਸ ਦਾ ਇਲੈਕਟ੍ਰਿਕ ਫਲਕਸ बेटा ਨਿਕਾਲੋ ਫੋਰ ਐਗਜ਼ਾਮਪਲ ਜਿਹੜਾ ਮੈਂ बेटा ਸ਼ੇਡਡ ਕਰਤਾ ਇਹਦਾ ਇਲੈਕਟ੍ਰਿਕ ਫਲਕਸ ਜਿਹੜਾ ਨਿਕਾਲਣਾ ਹੈ बेटा ਟੋਟਲ 6 ਫੇਸਿਸ ਦਾ ਫਲਕਸ ਆਇਆ बेटा q/ε naught ਤੇ बेटा ਜੇ ਅਸੀਂ ਨਿਕਾਲਣਾ ਹੋਵੇ ਸਿਰਫ ਤੇ ਸਿਰਫ ਇੱਕ ਫੇਸ ਦਾ ਇਲੈਕਟ੍ਰਿਕ ਫਲਕਸ ਦੈਨ बेटा ਅਸੀਂ ਕਲੋਜ਼ ਨਹੀਂ ਕਰਨਾ ਕਿਉਂਕਿ ਇਹ ਹੁਣ ਇੱਕ ਫੇਸ ਦਾ ਨਿਕਾਲਣ ਲੱਗੇ ਹਾਂ ਉਹ ਕਿੰਨਾ ਆਏਗਾ बेटा ਟੋਟਲ ਦਾ 6 q/ε naught
6 ਫੇਸਿਸ ਦਾ ਕਿਊਬ ਹੈ ਐਪਸਾਈਲਨ ਨੋਟ, ਤੇ ਬੇਟਾ 1 ਫੇਸ ਦਾ ਕਿੰਨਾ ਆਏਗਾ, ਅਸੀਂ ਬੇਟਾ ਇਹਨੂੰ 6 ਦੇ ਨਾਲ ਥੱਲੇ ਜਿਹੜਾ ਹੈਗਾ ਉਹ ਡਿਵਾਈਡ ਕਰ ਦਾਂਗੇ। ਅਸੀਂ ਇੱਕ ਫੇਸ ਦਾ ਜਿਹੜਾ ਹੈ ਇਲੈਕਟ੍ਰਿਕ ਫਲਕਸ ਅਸੀਂ ਨਿਕਾਲ ਸਕਦੇ ਹਾਂ। ਹਾਂਜੀ ਬੇਟਾ ਕਲੀਅਰ। ਇੱਕ ਫੇਸ ਦਾ Q ਓਵਰ 6 ਐਪਸਾਈਲਨ ਨੋਟ, ਤੇ ਬੇਟਾ ਜੇ ਦੋ ਫੇਸਿਸ ਦਾ ਨਿਕਾਲਣਾ ਹੋਏਗਾ ਇਹਨੂੰ ਬੇਟਾ 2 ਨਾਲ ਮਲਟੀਪਲਾਈ ਕਰ ਦਾਂਗੇ। ਜੇ 2 ਨਾਲ ਮਲਟੀਪਲਾਈ ਕਰੋਗੇ ਬੇਟਾ ਸਾਡੇ ਕੋਲ ਜਿਹੜਾ ਆ ਜਾਏਗਾ Q ਓਵਰ 3 ਐਪਸਾਈਲਨ ਨੋਟ। ਜੇ 3 ਫੇਸ ਦਾ ਨਿਕਾਲਾਂਗੇ ਬੇਟਾ 3 ਨਾਲ ਮਲਟੀਪਲਾਈ ਕਰ ਦਿਓ। ਜੇ ਬੇਟਾ 6 ਫੇਸਿਸ ਦਾ ਨਿਕਾਲਣਾ ਹੈ, ਕਹਿਣ ਦਾ ਮਤਲਬ ਟੋਟਲ ਦਾ ਨਿਕਾਲਣਾ ਹੈ, ਤੇ ਬੇਟਾ ਇਹਨੂੰ ਅਸੀਂ 6 ਨਾਲ ਮਲਟੀਪਲਾਈ ਕਰਾਂਗੇ। 6 ਨਾਲ ਬੇਟਾ 6 ਕੈਂਸਲ ਹੋ ਜਾਏਗਾ, ਸਾਡੇ ਕੋਲ ਬੇਟਾ ਟੋਟਲ ਫਿਰ ਸੇਮ ਆ ਜਾਏਗਾ ਬੇਟਾ। ਹਾਂਜੀ ਕਲੀਅਰ। ਨਾਓ ਬੇਟਾ ਇਸ ਪ੍ਰੋਬਲਮ 'ਚ ਸਾਡੇ ਕੋਲ ਕੀ ਹੈਗਾ, ਇੱਕ ਹੈਮੀਸਫੀਅਰ ਹੈ। ਹੈਮੀਸਫੀਅਰ ਦੇ ਬਿਲਕੁਲ ਬੇਟਾ ਸੈਂਟਰ ਦੇ ਉੱਤੇ ਸਾਡੇ ਕੋਲ ਜਿਹੜਾ ਹੈ ਚਾਰਜ ਪਿਆ Q। ਬੇਟਾ ਇਹਦਾ ਤੁਸੀਂ ਜਿਹੜਾ ਹੈ ਫਲਕਸ ਨਿਕਾਲਣਾ ਹੈ। ਹੈਮੀਸਫੀਅਰ ਦੇ ਸੈਂਟਰ ਉੱਪਰ ਚਾਰਜ ਹੈ, ਉਹਦਾ ਬੇਟਾ ਅਸੀਂ ਜਿਹੜਾ ਹੈ ਉਹ ਫਲਕਸ ਨਿਕਾਲਣਾ। ਬੇਟਾ ਗੌਸੀਸ ਥਿਊਰਮ ਤੇ ਤਾਂ ਲੱਗਦੀ ਹੈ ਜੇਕਰ ਚਾਰਜ ਨੂੰ ਕਲੋਜ਼ਡ ਸਰਫੇਸ ਵਿੱਚ ਬੇਟਾ ਬੰਦ ਕਰੀਏ। ਇੱਥੇ ਬੇਟਾ ਚਾਰਜ ਜਿਹੜਾ ਹੈ ਕਲੋਜ਼ ਸਰਫੇਸ ਦੇ ਅੰਦਰ ਬੇਟਾ ਇਨਕਲੋਜ਼ ਨਹੀਂ ਹੈ। ਹਾਂਜੀ ਬੇਟਾ ਕਲੀਅਰ। ਗੌਸੀਸ ਥਿਊਰਮ ਤਾਂ ਲੱਗਦੀ ਹੈ ਜੇਕਰ ਚਾਰਜ ਨੂੰ ਕਿਸੇ ਕਲੋਜ਼ਡ ਸਰਫੇਸ ਗੌਸ਼ੀਅਨ ਸਰਫੇਸ ਵਿੱਚ ਬੇਟਾ ਬੰਦ ਕਰੀਏ। ਸਾਡੇ ਕੋਲ ਬੇਟਾ ਇੱਕ ਅੱਧਾ ਸਫੈਰੀਕਲ ਜਿਹੜਾ ਸਰਫੇਸ ਦਿੱਤਾ ਹੈ, ਜੇ ਬੇਟਾ ਇਹਦੇ ਉੱਤੇ ਅਸੀਂ ਇੱਕ ਹਾਫ ਹੋਰ ਬੇਟਾ ਇੱਕ ਸਫੀਅਰ ਜਿਹੜਾ ਹੈ, ਹਾਂਜੀ ਉਹਦੇ ਉੱਪਰ ਮੁੱਦਾ ਮਾਰ ਦਿੰਦੇ ਹਾਂ, ਸਾਡੇ ਕੋਲ ਬੇਟਾ ਇੱਕ ਪੂਰਾ ਸਫੈਰੀਕਲ ਜਿਹੜਾ ਹੈ ਸਰਫੇਸ ਬਣ ਜਾਏਗਾ ਬੇਟਾ। ਹਾਂਜੀ ਲਾਈਕ ਦਿਸ, ਐਂਡ ਦੈਨ ਚਾਰਜ ਵਿਲ ਬੀ ਇਨਕਲੋਜ਼ਡ। ਬੇਟਾ ਚਾਰਜ ਅੰਦਰ ਬੰਦ ਹੋ ਗਿਆ। ਹਾਂਜੀ ਬੇਟਾ ਕਲੀਅਰ। ਇਹਦਾ ਮਤਲਬ ਜੇ ਹੈਮੀਸਫੀਅਰ ਦਾ ਅਸੀਂ ਨਿਕਾਲਣਾ ਬੇਟਾ ਇਲੈਕਟ੍ਰਿਕ ਫਲਕਸ, ਜੇ ਚਾਰਜ ਬੇਟਾ ਉਹਦੇ ਸੈਂਟਰ ਤੇ ਪਿਆ ਹੈ, ਤੇ ਸਭ ਨਾਲ ਪਹਿਲਾਂ ਬੇਟਾ ਇਹਨੂੰ ਪੂਰਾ ਕਲੋਜ਼ ਕਰਨਾ ਪਏਗਾ, ਕਿਉਂਕਿ ਗੌਸੀਸ ਥਿਊਰਮ ਵਾਸਤੇ ਸਾਨੂੰ ਕਲੋਜ਼ ਸਰਫੇਸ ਚਾਹੀਦਾ ਹੈ। ਬੇਟਾ ਟੋਟਲ ਹੁਣ ਇਲੈਕਟ੍ਰਿਕ ਫਲਕਸ ਜਿਹੜਾ ਆ ਜਾਏਗਾ ਬੇਟਾ ਉਹ ਆ ਜਾਏਗਾ Q ਡਿਵਾਈਡਡ ਬਾਈ ਐਪਸਾਈਲਨ ਨੋਟ। ਹਾਂਜੀ ਬੇਟਾ ਕਲੀਅਰ। ਪਰ ਇਹ ਤੇ ਬੇਟਾ ਆ ਗਿਆ ਟੋਟਲ ਸਫੀਅਰ ਦਾ ਆ ਗਿਆ, ਬਟ ਅਸੀਂ ਤੇ ਨਿਕਾਲਣਾ ਬੇਟਾ ਅਸੀਂ ਸੈਮੀ ਸਫੀਅਰ ਦਾ ਨਿਕਾਲਣਾ ਹੈ, ਹਾਫ ਦਾ ਨਿਕਾਲਣਾ ਹੈ। ਤੇ ਇਹਦਾ ਮਤਲਬ ਬੇਟਾ ਜਿਹੜਾ ਹਾਫ ਦਾ ਜਿਹੜਾ ਆਏਗਾ ਟੋਟਲ ਇਲੈਕਟ੍ਰਿਕ ਫਲਕਸ ਜਿਹੜਾ ਆਏਗਾ ਬੇਟਾ ਹਾਫ ਦਾ, ਇੱਥੇ ਬੇਟਾ ਕਲੋਜ਼ ਨਹੀਂ ਕਰਨਾ, ਹਾਫ ਦਾ ਜਿਹੜਾ ਆਏਗਾ ਇਟ ਵਿਲ ਬੀ ਇਕੁਅਲ ਟੂ ਬੇਟਾ 2 ਨਾਲ ਥੱਲੇ ਕੀ ਕਰ ਦਾਂਗੇ ਡਿਵਾਈਡ, ਕਿਉਂਕਿ ਬੇਟਾ ਦੇ 2 ਪਾਰਟਸ ਨੇ, ਅਸੀਂ ਹਾਫ ਦਾ ਨਿਕਾਲਣਾ ਹੈ। ਟੋਟਲ ਦਾ ਸਾਡੇ ਕੋਲ ਬੇਟਾ Q ਬਾਈ ਐਪਸਾਈਲਨ ਨੋਟ ਹੈ, ਤੇ ਬੇਟਾ ਹਾਫ ਦਾ ਕਿੰਨਾ ਆਏਗਾ 1/2 Q ਬਾਈ ਐਪਸਾਈਲਨ ਨੋਟ। ਬੇਟਾ ਇਸ ਪ੍ਰੋਬਲਮ 'ਚ ਕੀ ਹੈ, ਸਾਡੇ ਕੋਲ ਕਿਊਬ ਹੈ, ਤੇ ਬੇਟਾ ਜਿਹੜਾ ਚਾਰਜ ਹੈ ਕਿਊਬ ਦੇ ਅੰਦਰ ਨਹੀਂ ਹੈ। ਪਿੱਛੇ ਅਸੀਂ ਜਿਹੜੀ ਪ੍ਰੋਬਲਮ ਡਿਸਕਸ ਕੀਤੀ ਬੇਟਾ ਚਾਰਜ ਕਿਊਬ ਦੇ ਅੰਦਰ ਸੀਗਾ, ਐਰਕੀ ਚਾਰਜ ਬੇਟਾ ਕਿਊਬ ਦੇ ਕਿਸੇ ਇੱਕ ਫੇਸ ਦੇ ਬੇਟਾ ਮੰਨ ਲਓ ਸੈਂਟਰ ਤੇ ਪਿਆ ਚਾਰਜ, ਇੱਕ ਫੇਸ ਦੇ ਸੈਂਟਰ ਤੇ ਹੈ ਬੇਟਾ, ਸਰਫੇਸ ਉੱਪਰ ਪਿਆ ਲਾਈਕ ਦਿਸ, ਇੱਥੇ ਚਾਰਜ ਪਿਆ, ਇਨਸਾਈਡ ਨਹੀਂ ਹੈ। ਦੈਨ ਹੁਣ ਬੇਟਾ ਅਸੀਂ ਫਲਕਸ ਕਿਵੇਂ ਨਿਕਾਲਾਂਗੇ। ਬੇਟਾ ਫਲਕਸ ਨਿਕਾਲਣ ਵਾਸਤੇ ਅਸੀਂ ਤੇ ਪਹਿਲਾਂ ਹੀ ਪੜ੍ਹਿਆ ਕਿ ਸਾਨੂੰ ਪਹਿਲਾਂ ਚਾਰਜ ਨੂੰ ਜਿਹੜਾ ਹੈ ਕਲੋਜ਼ਡ ਸਰਫੇਸ ਵਿੱਚ ਬੇਟਾ ਬੰਦ ਕਰਨਾ ਪਏਗਾ। ਹੁਣ ਅਸੀਂ ਕੀ ਕਰਦੇ ਹਾਂ ਬੇਟਾ, ਇਸ ਚਾਰਜ ਨੂੰ ਇਨਕਲੋਜ਼ ਕਰਨ ਵਾਸਤੇ ਅਸੀਂ ਬੇਟਾ ਇਹ ਬਿਲਕੁਲ ਇਹਦੇ ਬਿਲਕੁਲ ਨਾਲ ਬੇਟਾ ਇੱਕ ਕਿਊਬ ਜਿਹੜਾ ਹੈ ਅਸੀਂ ਹੋਰ ਜਿਹੜਾ ਉਹਨੂੰ ਅਸੀਂ ਜੋੜ ਦਿੰਦੇ ਹਾਂ, ਉਹਦਾ ਵੀ ਅਸੀਂ ਜਿਹੜਾ ਹੈ ਫਲਕਸ ਨਿਕਾਲਣ ਦੀ ਅਸੀਂ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿ ਉਹ ਫਲਕਸ ਕਿੰਨਾ ਆਏਗਾ। ਲਾਈਕ ਦਿਸ, ਇੱਥੇ ਬੇਟਾ ਇਹਨੂੰ ਅਸੀਂ ਕਿਊਬ ਨੂੰ ਜੋੜ ਦਿੱਤਾ, ਮੰਨ ਲਓ ਆ ਇੱਕ ਕਿਊਬ ਨਾਲ ਜੋੜਤਾ। ਹੁਣ ਬੇਟਾ ਜਿਹੜਾ ਚਾਰਜ ਹੈ ਇਹ ਵੱਡੇ ਕਿਊਬ ਦੇ ਵਿੱਚ ਬੇਟਾ ਇਨਕਲੋਜ਼ ਹੋ ਗਿਆ। ਦੇਖੋ ਹੁਣ ਇਹ ਵੱਡਾ ਕਿਊਬ ਨਹੀਂ ਕਹਾਂਗੇ, ਇਹਨੂੰ ਕਿਊਬਾਇਡ ਕਹਿ ਸਕਦੇ ਹਾਂ। ਤੇ ਬੇਟਾ ਜਿਹੜਾ ਗੌਸ਼ੀਅਨ ਜਿਹੜਾ ਹੁੰਦਾ ਸਾਡਾ ਸਰਫੇਸ ਹੈ, ਉਹਦੀ ਜਿਹੜੀ ਮਰਜ਼ੀ ਸ਼ੇਪ ਹੋ ਸਕਦੀ ਹੈ, ਤੇ ਫਲਕਸ ਜਿਹੜਾ ਉਹ ਸ਼ੇਪ ਤੇ ਡਿਪੈਂਡ ਨਹੀਂ ਕਰਦਾ, ਉਹਦੇ ਸਾਈਜ਼ ਤੇ ਨਹੀਂ ਡਿਪੈਂਡ ਕਰਦਾ। ਹੁਣ ਬੇਟਾ ਇਸ ਚਾਰਜ ਨੂੰ ਅਸੀਂ ਇਨਕਲੋਜ਼ ਕਰ ਲਿਆ। ਹੁਣ ਬੇਟਾ ਸਾਡੇ ਕੋਲ ਜਿਹੜਾ ਟੋਟਲ ਜਿਹੜਾ ਫਲਕਸ ਆਏਗਾ ਉਹ ਆਏਗਾ E ਵੈਕਟਰ ਡਾਟ ds ਵੈਕਟਰ ਵਿਲ ਬੀ ਇਕੁਅਲ ਟੂ Q ਬਾਈ ਐਪਸਾਈਲਨ ਨੋਟ। ਬੇਟਾ ਹੁਣ ਅਸੀਂ ਫਾਰਮੂਲਾ ਲਗਾ ਸਕਦੇ ਹਾਂ, ਕਿਉਂਕਿ ਚਾਰਜ ਨੂੰ ਅਸੀਂ ਕਲੋਜ਼ ਸਰਫੇਸ ਦੇ ਅੰਦਰ ਅਸੀਂ ਇਨਕਲੋਜ਼ ਕਰਤਾ। ਪਰ ਬੇਟਾ ਇਹ ਤੇ ਟੋਟਲ ਫਲਕਸ ਸਾਡਾ 2 ਕਿਊਬ ਦਾ ਆ ਗਿਆ, ਪਰ ਸਾਡੇ ਕੋਲ ਤੇ ਬੇਟਾ ਜਿਹੜਾ ਗਿਵਨ ਕਿਊਬ ਸਿਰਫ ਇੱਕੋ ਹੀ ਸੀਗਾ, ਤੇ ਇਹਦਾ ਫਲਕਸ ਕਿੰਨਾ ਹੋਏਗਾ, ਇਹ ਟੋਟਲ 2 ਕਿਊਬ ਦਾ ਹੋ ਗਿਆ ਟੋਟਲ। ਤੇ ਬੇਟਾ ਇੱਕ ਕਿਊਬ ਦਾ ਨਿਕਾਲਣਾ ਹੈ, ਤੇ ਇਹਦਾ ਮਤਲਬ ਬੇਟਾ ਇੱਕ ਕਿਊਬ ਦਾ ਜਿਹੜਾ ਟੋਟਲ ਜਿਹੜਾ ਸਾਡੇ ਕੋਲ ਫਲਕਸ ਹੋਏਗਾ
ਡੈਟ ਵਿਲ ਬੀ ਇਕੁਅਲ ਟੂ ਇਹਦਾ ਅਸੀਂ ਕਰ ਦਾਂਗੇ ਹਾਫ। ਹਾਂਜੀ ਬੇਟਾ ਕਲੀਅਰ। ਬੇਟਾ ਇਨ ਦਿਸ ਕੇਸ ਸਾਡੇ ਕੋਲ ਇੱਕ ਸਕੇਅਰ ਪਲੇਨ ਸਰਫੇਸ ਹੈ, ਇਹ ਸਾਈਡਾਂ ਸਾਰੀਆਂ ਸਾਈਡਾਂ ਬੇਟਾ ਇਕੁਅਲ ਹੈ, ਤੇ ਬੇਟਾ ਆਹ ਚਾਰਜ ਪਿਆ ਸਰਫੇਸ ਦੇ ਜਸਟ ਉੱਪਰ। ਇਹਦਾ ਬੇਟਾ ਅਸੀਂ ਫਲਕਸ ਨਿਕਾਲਣਾ ਹੈ, ਇਲੈਕਟ੍ਰਿਕ ਫਲਕਸ, ਤੇ ਬੇਟਾ ਗੌਸੀ ਥਿਊਰਮ ਅਪਲਾਈ ਕਰਨੀ ਹੈ। ਤੇ ਬੇਟਾ ਗੌਸੀ ਥਿਊਰਮ ਤੇ ਬੇਟਾ ਤਾਂ ਹੀ ਅਪਲਾਈ ਹੁੰਦੀ ਹੈ ਜੇਕਰ ਚਾਰਜ ਨੂੰ ਪਹਿਲਾਂ ਕਿਸੇ ਗੌਸੀਅਨ ਸਰਫੇਸ ਵਿੱਚ ਬੇਟਾ ਬੰਦ ਕਰੀਏ। ਬੇਟਾ ਇੱਥੇ ਤੇ ਸਰਫੇਸ ਹੀ ਸਾਡੇ ਕੋਲ ਸਿਰਫ 1 ਹੈ, ਅਸੀਂ ਬੇਟਾ ਇਸ ਚਾਰਜ ਨੂੰ ਕਿਸ ਤਰ੍ਹਾਂ ਬੰਦ ਕਰਦੇ ਹਾਂ, ਆਹ ਦੇਖੋ ਬੇਟਾ ਇਹਦੇ ਉੱਪਰ ਅਸੀਂ ਜੇ ਡਾਇਗਰਾਮ ਨੂੰ ਦੇਖੋ ਬੇਟਾ ਕੰਪਲੀਟ ਕਰੀਏ ਤੇ ਸਾਡੇ ਕੋਲ ਜਿਹੜਾ ਹੈ ਇਸ ਤਰ੍ਹਾਂ ਦਾ ਇੱਕ ਬਣੇਗਾ ਬੇਟਾ, ਤੁਹਾਡੇ ਕੋਲ ਵੀ ਕਿਊਬ ਆ ਜਾਏਗਾ। ਹਾਂਜੀ ਬੇਟਾ ਕਲੀਅਰ। ਇੱਕ ਸਰਫੇਸ ਸਾਨੂੰ ਬੇਟਾ ਦਿੱਤਾ ਸੀ, ਅਸੀਂ ਕੀ ਕੀਤਾ, ਸਕੇਅਰ ਸਰਫੇਸ ਹੋਣ ਕਰਕੇ ਸਾਨੂੰ ਪਤਾ ਸੀ ਕਿ ਸਕੇਅਰ ਹੈ ਤੇ ਇਸ ਚਾਰਜ ਨੂੰ ਬੇਟਾ ਬੰਦ ਕਰਨਾ ਹੈ, ਸਾਨੂੰ ਜਿਹੜੀ ਸ਼ੇਪ ਲੈਣੀ ਪਏਗੀ ਉਹ ਸਾਨੂੰ ਇੱਕ ਕਿਊਬ ਹੀ ਬਣਾਉਣਾ ਪਏਗਾ। ਹੁਣ ਬੇਟਾ ਜਿਹੜਾ ਚਾਰਜ ਹੈ ਉਹ ਕਿਊਬ ਦੇ ਅੰਦਰ ਬੇਟਾ ਬੰਦ ਹੋ ਗਿਆ, ਤੇ ਤੁਹਾਡਾ ਬੇਟਾ ਜਿਹੜਾ ਟੋਟਲ ਇਲੈਕਟ੍ਰਿਕ ਫਲਕਸ ਆਏਗਾ it will be equal to E vector dot ds now equal to Q by epsilon naught। ਹਾਂਜੀ ਬੇਟਾ ਕਲੀਅਰ। ਪਰ ਅਸੀਂ ਤਾਂ ਸਿਰਫ ਬੇਟਾ ਇੱਕ ਸਰਫੇਸ ਦਾ ਨਿਕਾਲਣਾ ਹੈ, ਇਹ ਤੇ ਤੁਹਾਡਾ ਬੇਟਾ ਤੁਹਾਡਾ 6 ਸਰਫੇਸ ਦਾ ਆ ਗਿਆ, ਇਹਦਾ ਮਤਲਬ ਇੱਕ ਸਰਫੇਸ ਦਾ ਬੇਟਾ ਜਿਹੜਾ ਇਲੈਕਟ੍ਰਿਕ ਫਲਕਸ ਆਏਗਾ ਸਾਡਾ E vector dot ds will be equal to, ਇਹਨੂੰ ਬੇਟਾ 6 ਦੇ ਨਾਲ ਥੱਲੇ ਕੀ ਕਰਨਾ ਪਏਗਾ, ਡਿਵਾਈਡ ਕਰਨਾ ਪਏਗਾ ਬੇਟਾ। ਹਾਂਜੀ ਬੇਟਾ ਕਲੀਅਰ। ਇਹ ਇਸ ਤਰ੍ਹਾਂ ਦੀ ਪ੍ਰੋਬਲਮ ਬੇਟਾ ਅਸੀਂ ਪਹਿਲਾਂ ਵੀ ਡਿਸਕਸ ਕੀਤੀ ਸੀ, ਪਰ ਉਹਦੇ 'ਚ ਬੇਟਾ ਆਲਰੇਡੀ ਚਾਰਜ ਨੂੰ ਅਸੀਂ ਅੰਦਰ ਬੰਦ ਕੀਤਾ ਹੋਇਆ ਸੀ। ਪਰ ਹੁਣ ਪ੍ਰੋਬਲਮ ਜਿਹੜੀ ਆ ਆਪਾਂ ਡਿਫਰੈਂਟ ਫਾਰਮ 'ਚ ਪੁੱਛੀ ਹੈ ਕਿ ਪਹਿਲਾਂ ਇੱਕ ਸਾਡੇ ਕੋਲ ਸਕੇਅਰ ਪਲੇਟ ਹੈ, ਉਹਦੇ ਉੱਪਰ ਚਾਰਜ ਹੈ, ਤੇ ਹੁਣ ਇਹਦਾ ਬੇਟਾ ਫਲਕਸ ਨਿਕਾਲੋ। ਫਲਕਸ ਨਿਕਾਲਣ ਦਾ ਗੌਸੀ ਥਿਊਰਮ ਲਗਾਉਣ ਤੋਂ ਪਹਿਲਾਂ ਬੇਟਾ ਧਿਆਨ ਰੱਖਣਾ ਹੈ, ਚਾਰਜ ਨੂੰ ਕਿਸੇ ਵੀ ਕਲੋਜ਼ ਸਰਫੇਸ 'ਚ ਬੰਦ ਕਰੋ, ਜਿਸ ਤਰ੍ਹਾਂ ਦੀ ਮਰਜ਼ੀ ਸ਼ੇਪ ਬਣਦੀ ਹੋਵੇ। ਜੇ ਸਕੇਅਰ ਪਲੇਟ ਹੈ ਤੁਹਾਡੇ ਕੋਲ ਬੇਟਾ ਕਿਊਬ ਬਣੇਗਾ, ਜੇ ਹੈਮੀ ਸਫੀਅਰ ਹੋਏਗਾ ਤੇ ਤੁਹਾਡੇ ਕੋਲ ਬੇਟਾ ਪੂਰਾ ਸਫੈਰੀਕਲ ਸ਼ੇਪ ਜਿਹੜੀ ਹੈ ਉਹ ਬਣ ਸਕਦੀ ਹੈ। ਫਿਰ ਟੋਟਲ ਫਲਕਸ ਬੇਟਾ ਨਿਕਾਲੋ, ਫਿਰ ਦੇਖੋ ਵੀ ਉਹਦੇ ਕਿੰਨੇ ਫੇਸਿਸ ਨੇ, ਤੁਸੀਂ ਕਿੰਨੇ ਫੇਸਿਸ ਦਾ ਨਿਕਾਲਣਾ ਹੈ, ਉਹਦੇ ਅਕੋਰਡਿੰਗ ਬੇਟਾ ਥੱਲੇ ਤੁਸੀਂ ਉਹਨੂੰ ਡਿਵਾਈਡ ਕਰ ਸਕਦੇ ਜੇ। ਆਈ ਹੋਪ ਬੇਟਾ ਕਿ ਤੁਹਾਨੂੰ ਇਹ ਗੌਸੀ ਥਿਊਰਮ ਜਿਹੜੀ ਹੈ ਉਹ ਚੰਗੇ ਤਰੀਕੇ ਨਾਲ ਬੇਟਾ ਕਲੀਅਰ ਹੋ ਗਈ ਹੋਏਗੀ। ਇਸ ਤੋਂ ਬਾਅਦ ਬੇਟਾ ਅਸੀਂ ਕੱਲ ਜਿਹੜੇ ਨੇ ਇਲੈਕਟ੍ਰਿਕ ਫਲਕਸ ਦੇ ਉੱਪਰ ਤੇ ਗੌਸੀ ਥਿਊਰਮ ਦੇ ਉੱਪਰ ਬੇਟਾ ਨਿਊਮੈਰੀਕਲ ਜਿਹੜੇ ਨੇ ਉਹ ਡਿਸਕਸ ਕਰਾਂਗੇ। ਥੈਂਕ ਯੂ।